सत श्री अकाल जी, गुड मॉर्निंग संगत देख रहे सारे दर्शकों का बहुत बहुत स्वागत है। मैं हाँ रूही ग्रोवर ते अज के दिन की गल करिए तो अज दिन है मंगलवार 19 अप्रैल 2022 ते देसी महीने की गल करिए तो देसी विसाख महीने की मिति है 6 ਤੇ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਜਿਵੇਂ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਅਪੀਲ ਕਰਦੇ ਹੁੰਦੇ ਆ ਕਿ ਜਿਹੜੇ ਸਾਡੇ ਦਰਸ਼ਕ ਸਾਡੇ ਨਾਲ ਪ੍ਰੋਗਰਾਮ ਵਿੱਚ ਇੱਥੇ ਲਾਈਵ ਜੁੜਨਾ ਚਾਹੁੰਦੇ ਨੇ, ਆਪਣੇ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਨੇ, ਆਪਣੇ ਕੋਈ ਸਵਾਲ ਪੁੱਛਣਾ ਚਾਹੁੰਦੇ ਨੇ, ਕੋਈ ਪ੍ਰੋਗਰਾਮ ਵਿੱਚ ਸਾਨੂੰ ਜਾਣਕਾਰੀ ਦੇਣਾ ਚਾਹੁੰਦੇ ਨੇ, ਕੋਈ ਇਹੋ ਜਿਹੀ ਜਾਣਕਾਰੀ ਜੋ ਸਾਡੇ ਤੋਂ ਮਿਸ ਹੋ ਗਈ ਜਾਂ ਫਿਰ ਗਲਤੀ ਨਾਲ ਗਲਤ ਜਾਣਕਾਰੀ ਦਿੱਤੀ ਗਈ ਉਹਨੂੰ ਠੀਕ ਕਰਨਾ ਚਾਹੁੰਦੇ ਨੇ ਤਾਂ ਥੱਲੇ ਸਕਰੀਨ ਤੇ ਦਿੱਤੇ ਨੰਬਰ ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਲੇਕਿਨ ਅੰਤਰਾਲ ਤੋਂ ਬਾਅਦ। ਤੇ ਸਭ ਤੋਂ ਪਹਿਲਾਂ ਜਿਹੜਾ ਪਹਿਲਾ ਸੈਗਮੈਂਟ ਆ ਸਾਡਾ ਹੈਲਥ ਦਾ, ਤੇ ਵੇਖਦੇ ਹਾਂ ਕਿ ਅੱਜ ਦੇ ਹੈਲਥ ਪੈਕੇਜ ਵਿੱਚ ਕੀ ਹੈ ਖਾਸ। श्रोते हुण सुनो हेल्थ रिलेटेड टिप्स। ਅੱਜ ਅਸੀਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਕਦੇ ਆਪਣੇ ਚਿਹਰੇ ਤੇ ਬੈਂਗਣ ਦੀ ਵਰਤੋਂ ਕੀਤੀ ਹੈ? ਚਿਹਰੇ ਦੇ ਦਾਗ ਧੱਬੇ, ਝੁਰੜੀਆਂ ਤੇ ਫਾਈਨ ਲਾਈਨਸ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਮਹਿੰਗੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ। ਅਜਿਹੇ ਵਿੱਚ ਸਕਿਨ ਦੀਆਂ ਸਮੱਸਿਆਵਾਂ ਤਾਂ ਸ਼ਾਇਦ ਹੀ ਦੂਰ ਹੋਣ, ਪਰ ਇਹਨਾਂ ਵਿੱਚ ਮੌਜੂਦ ਕੈਮੀਕਲਸ ਤੇ ਸਾਈਡ ਇਫੈਕਟਸ ਚਮੜੀ ਤੇ ਅਸਰ ਦਿਖਾਉਣ ਲੱਗਦੇ ਹਨ। ਜੇਕਰ ਅਸੀਂ ਇਹ ਕਹੀਏ ਕਿ ਬੈਂਗਣ ਤੁਹਾਨੂੰ ਚਿਹਰੇ ਦੀਆਂ ਇਹਨਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰ ਸਕਦਾ ਹੈ ਤਾਂ ਜੀ ਹਾਂ, ਬੈਂਗਣ ਦੀ ਵਰਤੋਂ ਸਕਿਨ ਦੇ ਦਾਗ ਧੱਬਿਆਂ ਨੂੰ ਮਿਟਾਉਣ ਦੇ ਨਾਲ-ਨਾਲ ਮਾੜੇ ਪ੍ਰਭਾਵਾਂ ਤੋਂ ਵੀ ਮੁਕਤ ਹੈ। ਆਮ ਤੌਰ ਤੇ ਚਿਹਰੇ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕਈ ਕੁਦਰਤੀ ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਤੁਸੀਂ ਬੈਂਗਣ ਦੀ ਵਰਤੋਂ ਜ਼ਿਆਦਾਤਰ ਖਾਣੇ ਵਿੱਚ ਸੁਣੀ ਹੋਵੇਗੀ। ਪਰ ਅਸੀਂ ਤੁਹਾਨੂੰ ਦੱਸ ਦਈਏ ਕਿ ਬੈਂਗਣ ਖਾਣੇ ਵਿੱਚ ਸਵਾਦ ਵਧਾਉਣ ਦੇ ਨਾਲ-ਨਾਲ ਚਿਹਰੇ ਨੂੰ ਚਮਕਦਾਰ ਤੇ ਸੁੰਦਰ ਬਣਾਉਣ ਵਿੱਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਚਮੜੀ ਦੀ ਦੇਖਭਾਲ ਵਿੱਚ ਬੈਂਗਣ ਦੀ ਵਰਤੋਂ ਕਰਨ ਦੇ ਕੁਝ ਅਨੋਖੇ ਫਾਇਦਿਆਂ ਬਾਰੇ। ਝੁਰੜੀਆਂ ਤੋਂ ਛੁਟਕਾਰਾ। ਵੱਧਦੀ ਉਮਰ ਦੇ ਨਾਲ ਚਿਹਰੇ ਤੇ ਝੁਰੜੀਆਂ ਤੇ ਫਾਈਨ ਲਾਈਨਸ ਦਿਖਾਈ ਦਿੰਦੀਆਂ ਹਨ। ਦੂਜੇ ਪਾਸੇ ਬੈਂਗਣ ਵਿੱਚ ਮੌਜੂਦ ਐਂਟੀ ਏਜਿੰਗ ਤੱਤ ਫ੍ਰੀ ਰੈਡੀਕਲਸ ਨੂੰ ਖਤਮ ਕਰਕੇ ਇਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ। ਨਾਲ ਹੀ ਇਸ ਵਿੱਚ ਮੌਜੂਦ ਵਿਟਾਮਿਨ ਸੀ ਚਿਹਰੇ ਤੇ ਕੁਦਰਤੀ ਚਮਕ ਲਿਆਉਣ ਦਾ ਕੰਮ ਕਰਦਾ ਹੈ। ਇਸ ਦੇ ਲਈ ਬੈਂਗਣ ਦਾ ਰਸ ਕੱਢ ਕੇ ਇਸ ਵਿੱਚ ਥੋੜਾ ਜਿਹਾ ਹੇਜ਼ਲ ਮਿਲਾ ਲਓ। ਹੁਣ ਇਸ ਮਿਸ਼ਰਣ ਨੂੰ ਸ਼ੀਸ਼ੀ ਵਿੱਚ ਭਰ ਕੇ ਫ੍ਰਿਜ ਵਿੱਚ ਰੱਖੋ ਤੇ ਟੋਨਰ ਦੀ ਤਰ੍ਹਾਂ ਚਿਹਰੇ ਤੇ ਇਸ ਦੀ ਵਰਤੋਂ ਕਰੋ। ਟੈਨਿੰਗ ਨੂੰ ਦੂਰ ਕਰਨ ਵਿੱਚ ਮਦਦ। ਜ਼ਿਆਦਾ ਦੇਰ ਧੁੱਪ ਵਿੱਚ ਰਹਿਣ ਨਾਲ ਅਕਸਰ ਸਕਿਨ ਤੇ ਜਲਨ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਬੈਂਗਣ ਦਾ ਰਸ ਸਕਿਨ ਤੇ ਲਗਾਉਣਾ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਵਿੱਚ ਮੌਜੂਦ ਫਾਈਟੋਨਿਊਟ੍ਰੀਐਂਟ ਗੁਣ ਚਮੜੀ ਨੂੰ ਸੂਰਜ ਦੀਆਂ ਕਿਰਨਾਂ ਤੋਂ ਬਚਾ ਕੇ ਜਲਨ ਤੇ ਟੈਨਿੰਗ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ। ਸੌਫਟ ਸਕਿਨ। ਬੈਂਗਣ ਵਿੱਚ ਮੌਜੂਦ ਭਰਪੂਰ ਮਾਤਰਾ ਵਿੱਚ ਪਾਣੀ ਸਕਿਨ ਦੇ ਪੋਰਸ ਨੂੰ ਹਾਈਡਰੇਟ ਰੱਖਣ ਵਿੱਚ ਮਦਦਗਾਰ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਰੋਜ਼ਾਨਾ ਬੈਂਗਣ ਦੇ ਪਾਣੀ ਨੂੰ ਸਕਿਨ ਤੇ ਲਗਾਉਣ ਨਾਲ ਸਕਿਨ ਨਰਮ ਹੋ ਜਾਂਦੀ ਹੈ। ਬੈਂਗਣ ਦਾ ਫੇਸ ਮਾਸਕ ਬਣਾਉਣ ਲਈ ਬੈਂਗਣ ਨੂੰ ਗੋਲ ਆਕਾਰ ਵਿੱਚ ਬਾਰੀਕ ਕੱਟੋ। ਹੁਣ ਇੱਕ ਕਟੋਰੀ ਵਿੱਚ 2 ਚਮਚ ਐਲੋਵੇਰਾ ਦਾ ਜੂਸ ਤੇ 1 ਚਮਚ ਆਰਗੈਨਿਕ ਸ਼ਹਿਦ ਮਿਲਾ ਕੇ ਇਸ ਵਿੱਚ ਬੈਂਗਣ ਦੇ ਟੁਕੜੇ ਪਾਓ। ਅੱਧੇ ਘੰਟੇ ਬਾਅਦ ਇਹਨਾਂ ਟੁਕੜਿਆਂ ਨੂੰ ਚਿਹਰੇ ਤੇ ਲਗਾਓ ਤੇ ਥੋੜੀ ਦੇਰ ਬਾਅਦ ਚਿਹਰਾ ਧੋ ਲਓ। ਹਫ਼ਤੇ ਵਿੱਚ 2 ਵਾਰ ਇਸ ਫੇਸ ਮਾਸਕ ਦੀ ਵਰਤੋਂ ਕਰਨ ਨਾਲ ਤੁਹਾਡੀ ਸਕਿਨ ਚਮਕਦਾਰ ਤੇ ਬੇਦਾਗ ਦਿਖਾਈ ਦੇਵੇਗੀ। ਝੁਰੜੀਆਂ ਤੇ ਪਿਗਮੈਂਟੇਸ਼ਨ ਤੋਂ ਛੁਟਕਾਰਾ। ਤੁਸੀਂ ਚਿਹਰੇ ਤੇ ਧੱਬੇ, ਝੁਰੜੀਆਂ ਤੇ ਪਿਗਮੈਂਟੇਸ਼ਨ ਤੋਂ ਛੁਟਕਾਰਾ ਪਾਉਣ ਲਈ ਬੈਂਗਣ ਦੇ ਫੇਸ ਮਾਸਕ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਨੂੰ ਬਣਾਉਣ ਲਈ ਬੈਂਗਣ ਨੂੰ ਪੀਸ ਕੇ ਪੇਸਟ ਤਿਆਰ ਕਰੋ। ਹੁਣ ਇਸ ਪੇਸਟ ਵਿੱਚ ਐਲੋਵੇਰਾ ਜੈਲ ਮਿਲਾ ਕੇ ਚਿਹਰੇ ਤੇ ਲਗਾਓ ਤੇ 15 ਮਿੰਟ ਬਾਅਦ ਕੋਸੇ ਪਾਣੀ ਨਾਲ ਚਿਹਰਾ ਧੋ ਲਓ। ਇਸ ਨਾਲ ਤੁਹਾਡੇ ਦਾਗ ਧੱਬੇ ਘੱਟ ਹੋ ਜਾਣਗੇ। ਹੈਲਥ ਰਿਲੇਟਡ ਟਿਪਸ ਵਿੱਚ ਅੱਜ ਅਸੀਂ ਜਾਣਿਆ ਬੈਂਗਣ ਦੇ ਫਾਇਦੇ। ਜੀ ਦਰਸ਼ਕੋ, ਤੇ ਅੱਜ ਦੇ ਹੈਲਥ ਪੈਕੇਜ ਵਿੱਚ ਅੱਜ ਅਸੀਂ ਜਾਣਿਆ ਬੈਂਗਣ ਦੇ ਫਾਇਦਿਆਂ ਬਾਰੇ। ਤੇ ਹੁਣ ਸਾਡਾ ਨੈਕਸਟ ਸੈਗਮੈਂਟ ਹੈ ਇਤਿਹਾਸ ਦਾ, ਲੇਕਿਨ ਉਸ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਗੁਰੂ ਸ਼ਬਦ ਦੇ ਅਰਥ ਬਾਰੇ। ਗੁਰਬਾਣੀ ਵਿੱਚ ਗੁਰੂ ਸ਼ਬਦ ਅਧਿਆਪਕ, ਉਸਤਾਦ, ਮਾਹਿਰ ਲਈ ਵਰਤਿਆ ਗਿਆ ਹੈ, ਪਰੰਤੂ ਇਹ ਗੁਰੂ ਸ਼ਬਦ ਦੀ ਵਰਤੋਂ ਬਹੁਤ ਹੀ ਸੀਮਤ ਹੈ। ਗੁਰਬਾਣੀ ਵਿੱਚ ਕਰਨੀ ਵਾਲੇ ਸਾਧ, ਸੰਤ ਜਾਂ ਬਾਣੀ ਪੜਨ ਵਾਲੇ ਗੁਰੂ ਸ਼ਬਦ ਦੀ ਵਰਤੋਂ ਬਿਲਕੁਲ ਵੀ ਨਹੀਂ ਹੋਈ। ਗੁਰੂ ਦੀ ਵਰਤੋਂ ਸਿੱਖ ਗੁਰੂ ਸਾਹਿਬਾਨ ਵਾਸਤੇ ਹੋਈ ਹੈ, ਪਰੰਤੂ ਉਹ ਕੇਵਲ ਉਹਨਾਂ ਦੇ ਅਤੀ ਸਤਿਕਾਰਤ ਉਸਤਾਦ, ਮਾਹਿਰ ਹੋਣ ਵਜੋਂ ਹੋਈ ਹੈ। ਗੁਰਬਾਣੀ ਵਿੱਚ ਸ਼ਾਮਲ ਭੱਟ ਸਾਹਿਬਾਨ ਦੀਆਂ ਰਚਨਾਵਾਂ ਵਿੱਚ ਸਿੱਖ ਗੁਰੂ ਸਾਹਿਬਾਨ ਨੂੰ ਗੁਰ ਤੇ ਸਤਿਗੁਰ ਵਰਗੇ ਸ਼ਬਦਾਂ ਨਾਲ ਉਚਾਰਿਆ ਗਿਆ ਹੈ। ਭੱਟ ਸਾਹਿਬਾਨ ਦਾ ਕੰਮ ਹੀ ਵਡਿਆਈ ਕਰਨ ਦਾ ਹੁੰਦਾ ਸੀ ਤੇ ਸਿੱਖ ਗੁਰੂ ਸਾਹਿਬਾਨ ਆਪਣੇ ਲਾਸਾਨੀ ਗੁਨਾਹ ਕਰਕੇ ਵਡਿਆਈ ਦੇ ਹੱਕਦਾਰ ਵੀ ਸਨ। ਭਾਈ ਗੁਰਦਾਸ ਨੇ ਵੀ ਨਾਨਕ ਲਈ ਸਤਿਗੁਰ ਇਹਨਾਂ ਅਰਥਾਂ ਵਿੱਚ ਹੀ ਵਰਤਿਆ ਹੈ। ਅਸਲ ਅਰਥਾਂ ਵਿੱਚ ਦੱਸੇ ਗੁਰੂ ਗੁਰੂ ਕਹਾਉਣ ਦੀ ਸਮਰੱਥਾ ਰੱਖਦੇ ਸਨ। ਸਿੱਖ ਧਰਮ ਦੇ ਸਭ ਤੋਂ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਸਨ, ਜਿਨ੍ਹਾਂ ਨੇ ਭਟਕੀ ਹੋਈ ਲੋਕਾਈ ਲਈ ਆਪਣਾ ਸਾਰਾ ਜੀਵਨ ਲਗਾ ਦਿੱਤਾ। ਅੱਜ ਜਿੱਥੇ ਜਾਣ ਲਈ ਅਸੀਂ ਹਵਾਈ ਜਹਾਜ਼ ਜਾਂ ਹੈਲੀਕਾਪਟਰ ਦੀ ਵਰਤੋਂ ਕਰਦੇ ਹਾਂ, ਗੁਰੂ ਸਾਹਿਬ ਪੈਦਲ ਹੀ ਚਲੇ ਗਏ। ਸਿਰਫ ਉਹਨਾਂ ਨੂੰ ਅਕਾਲ ਪੁਰਖ ਦਾ ਹੀ ਆਸਰਾ ਸੀ। ਇਸੇ ਤਰ੍ਹਾਂ ਉਦਾਸੀ ਕਰਦਿਆਂ ਗੁਰੂ ਸਾਹਿਬ ਸ਼੍ਰੀਨਗਰ ਵੱਲ ਗਏ। ਲੇਹ ਤੋਂ 25 ਕਿਲੋਮੀਟਰ ਸ਼੍ਰੀਨਗਰ ਵਾਲੇ ਪਾਸੇ ਗੁਰੂ ਜੀ ਨੇ ਆਪਣੇ ਪਾਵਨ ਚਰਨਾਂ ਦੀ ਛੋਹ ਨਾਲ ਦੂਜੀ ਉਦਾਸੀ ਵੇਲੇ ਇਸ ਸਥਾਨ ਨੂੰ ਭਾਗ ਲਾਏ। ਇਤਿਹਾਸ ਮੁਤਾਬਕ ਪਹਾੜੀ ਤੇ ਇੱਕ ਰਾਖਸ਼ ਰਹਿੰਦਾ ਸੀ ਜੋ ਕਿ ਇਲਾਕੇ ਦੇ ਲੋਕਾਂ ਨੂੰ ਤਸੀਹੇ ਦਿੰਦਾ ਸੀ। ਪਾਣੀ ਸਿਰ ਤੋਂ ਨਿਕਲਣ ਲੱਗਾ। ਉਸ ਸਮੇਂ ਹੀ ਗੁਰੂ ਜੀ ਉਧਰ ਉਦਾਸੀ ਤੇ ਸਨ ਤਾਂ ਇਲਾਕੇ ਦੇ ਲੋਕਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਾਨੂੰ ਇਸ ਤੋਂ ਬਚਾਓ।
ਦੱਸਦੇ ਹਨ ਕਿ ਗੁਰੂ ਜੀ ਨੇ ਬੇਨਤੀ ਸੁਣ ਕੇ ਉਹਨਾਂ ਦੀ ਮਦਦ ਕਰਨ ਦੀ ਸੋਚੀ। ਨੇੜੇ ਵਗਦੇ ਦਰਿਆ ਕੰਢੇ ਗੁਰੂ ਜੀ ਨੇ ਆਪਣਾ ਆਸਣ ਲਾਇਆ। ਉਸ ਰਾਕਸ਼ ਦੇ ਗੁੱਸੇ ਦਾ ਕੋਈ ਠਿਕਾਣਾ ਨਾ ਰਿਹਾ। ਉਸਨੇ ਗੁਰੂ ਜੀ ਨੂੰ ਮਾਰਨ ਦੀ ਸੋਚੀ ਤੇ ਇੱਕ ਸਵੇਰ ਜਦੋਂ ਗੁਰੂ ਜੀ ਅਕਾਲ ਪੁਰਖ ਵਿੱਚ ਲੀਨ ਹੋਏ ਬੈਠੇ ਸਨ ਤਾਂ ਰਾਕਸ਼ ਨੇ ਇੱਕ ਭਾਰੀ ਪੱਥਰ ਗੁਰੂ ਜੀ ਦੇ ਉੱਤੇ ਸੁੱਟਿਆ। ਉਹ ਪੱਥਰ ਗੁਰੂ ਜੀ ਦੀ ਛੋਹ ਨਾਲ ਮੋਮ ਬਣ ਗਿਆ। ਗੁਰੂ ਜੀ ਦੀ ਪਿੱਠ ਦਾ ਨਿਸ਼ਾਨ ਪੱਥਰ ਵਿੱਚ ਡੂੰਘਾ ਛਪ ਗਿਆ। ਗੁਰੂ ਜੀ ਅਡੋਲ ਲੀਨ ਰਹੇ। ਰਾਕਸ਼ ਨੇ ਸੋਚਿਆ ਗੁਰੂ ਵੱਡੇ ਪੱਥਰ ਹੇਠਾਂ ਦਬ ਗਏ ਹੋਣਗੇ। ਉਸਦੇ ਹੇਠਾਂ ਆ ਕੇ ਗੁਰੂ ਜੀ ਨੂੰ ਠੀਕ ਦੇਖਿਆ ਤਾਂ ਬਹੁਤ ਹੈਰਾਨ ਹੋਇਆ। ਗੁੱਸੇ ਨਾਲ ਉਸਨੇ ਪੱਥਰ ਨੂੰ ਪੈਰ ਦੀ ਠੋਕਰ ਮਾਰੀ। ਉਸਦਾ ਪੈਰ ਮੋਮ ਬਣੇ ਪੱਥਰ ਵਿੱਚ ਧਸ ਗਿਆ। ਫਿਰ ਉਸਨੂੰ ਆਪਣੀ ਭੁੱਲ ਦਾ ਪਤਾ ਲੱਗਾ ਤਾਂ ਉਹ ਗੁਰੂ ਜੀ ਦੇ ਚਰਨਾਂ ਤੇ ਡਿੱਗ ਕੇ ਮਾਫੀ ਮੰਗਣ ਲੱਗਾ। ਗੁਰੂ ਜੀ ਨੇ ਉਸ ਰਾਕਸ਼ ਤੇ ਮਿਹਰ ਦੀ ਦ੍ਰਿਸ਼ਟੀ ਪਾ ਕੇ ਰਾਕਸ਼ ਤੋਂ ਦੇਵਤਾ ਬਣਾ ਕੇ ਮਾਨਵ ਸੇਵਾ ਵਿੱਚ ਲਾਇਆ। ਆਪ ਕਾਰਗਿਲ ਸ਼੍ਰੀਨਗਰ ਨੂੰ ਚਾਲੇ ਪਾ ਦਿੱਤੇ। ਗੁਰੂ ਜੀ ਇਲਾਕੇ ਵਿੱਚ ਹਰਮਨ ਪਿਆਰੇ ਹੋ ਗਏ ਤੇ ਇਲਾਕੇ ਦੇ ਲੋਕਾਂ ਨੇ ਆਪ ਨੂੰ ਨਾਨਕ ਲਾਮਾ ਕਹਿਣਾ ਸ਼ੁਰੂ ਕਰ ਦਿੱਤਾ। ਗੁਰੂ ਜੀ ਦੀ ਛੋਹ ਵਾਲਾ ਪਵਿੱਤਰ ਪੱਥਰ ਗੁਰਦੁਆਰਾ ਸਾਹਿਬ ਅੰਦਰ ਸੰਗਤਾਂ ਦੇ ਦਰਸ਼ਨ ਲਈ ਸੁਸ਼ੋਭਿਤ ਹੈ। ਲੇਹ ਰੋਡ ਤੋਂ 25 ਕਿਲੋਮੀਟਰ ਸ਼੍ਰੀਨਗਰ ਵਾਲੇ ਪਾਸੇ ਸਥਿਤ ਹੈ ਤੇ ਇਹ ਪਾਵਨ ਸਥਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਦੀਵੀ ਯਾਦ ਵਿੱਚ ਬਣਾਇਆ ਗਿਆ, ਜਿਨ੍ਹਾਂ ਨੇ ਆਪਣੇ ਪਾਵਨ ਚਰਨਾਂ ਦੀ ਛੋਹ ਨਾਲ ਦੂਜੀ ਉਦਾਸੀ ਵੇਲੇ ਇਸ ਸਥਾਨ ਨੂੰ ਭਾਗ ਲਾਏ। ਗੁਰੂ ਨਾਨਕ ਦੇਵ ਜੀ ਸ਼੍ਰੀਨਗਰ ਜਿਸ ਵੇਲੇ ਪਧਾਰੇ ਤਦ ਹਰੀ ਪਰਬਤ ਤੇ ਵਿਰਾਜੇ ਸਨ। ਮਹਾਰਾਜਾ ਰਣਜੀਤ ਸਿੰਘ ਨੇ ਪੁਰਾਣੇ ਸਿੱਖਾਂ ਤੋਂ ਠੀਕ ਤਾਂ ਮਾਲੂਮ ਕਰਕੇ ਹਰੀ ਪਰਬਤ ਦੇ ਕਿਲੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ ਤੇ ਸੇਵਾ ਲਈ ਗ੍ਰੰਥੀ ਮੁਕਰਰ ਕੀਤਾ, ਜੋ ਵਰਤਮਾਨ ਸਮੇਂ ਵੀ ਰਿਆਸਤ ਵੱਲੋਂ ਹੈ। ਮਹਾਰਾਜਾ ਗੁਲਾਬ ਸਿੰਘ ਨੇ ਗੁਰਦੁਆਰੇ ਦੇ ਪਾਸ ਇੱਕ ਹਿੰਦੂ ਮੰਦਿਰ ਵੀ ਬਣਾ ਦਿੱਤਾ ਹੈ। ਤੇ ਹੁਣ ਜੇ ਅੱਜ ਦੇ ਇਤਿਹਾਸ ਬਾਰੇ ਗੱਲ ਕਰੀਏ ਕਿ ਅੱਜ ਦੇ ਇਤਿਹਾਸ ਤੇ ਕੀ ਹੋਇਆ ਸੀ ਅੱਜ ਦੇ ਦਿਨ 19 ਅਪ੍ਰੈਲ ਦੇ ਦਿਨ, ਤਾਂ 19 ਅਪ੍ਰੈਲ ਨੂੰ ਭਾਰਤ ਦਾ ਪਹਿਲਾ ਉਪਗ੍ਰਹਿ ਅਥਾਹ ਪੁਲਾੜ ਦੀ ਯਾਤਰਾ ਤੇ ਰਵਾਨਾ ਹੋਇਆ। ਅੱਜ ਦੇ ਹੀ ਦਿਨ 1950 ਵਿੱਚ ਸਿਆਮਾ ਪ੍ਰਸਾਦ ਮੁਖਰਜੀ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਵਾਲੇ ਪਹਿਲੇ ਮੰਤਰੀ ਬਣੇ, ਜਦੋਂ ਕਿ 1971 ਵਿੱਚ ਭਾਰਤ ਨੇ ਵੈਸਟ ਇੰਡੀਜ਼ ਨੂੰ ਹਰਾ ਕੇ ਟੈਸਟ ਕ੍ਰਿਕਟ ਲਈ ਜਿੱਤੀ ਸੀ। ਭਾਰਤ ਨੂੰ ਅੱਜ ਪੁਲਾੜ ਦੇ ਖੇਤਰ ਵਿੱਚ ਇੱਕ ਮਹਾਸ਼ਕਤੀ ਵਜੋਂ ਦੇਖਿਆ ਜਾਂਦਾ ਹੈ। ਭਾਰਤ ਨੇ ਪੁਲਾੜ ਵਿੱਚ ਸਟੀਕਤਾ ਨਾਲ ਟੀਚੇ ਨੂੰ ਹਿੱਟ ਕਰਨ ਦੀ ਸਮਰੱਥਾ ਨੂੰ ਹਾਸਲ ਕਰਕੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ। ਸੈਟੇਲਾਈਟ ਲਾਂਚ ਦੇ ਖੇਤਰ ਵਿੱਚ ਭਾਰਤ ਦੀ ਮੁਹਾਰਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅੱਜ ਬਹੁਤ ਸਾਰੇ ਦੇਸ਼ ਘੱਟ ਕੀਮਤ ਤੇ ਆਪਣੇ ਉਪਗ੍ਰਹਿ ਲਾਂਚ ਕਰਨ ਲਈ ਭਾਰਤ ਤੇ ਨਿਰਭਰ ਹਨ। ਦੇਸ਼ ਦੀ ਇਸ ਪੁਲਾੜ ਯਾਤਰਾ ਵਿੱਚ 19 ਅਪ੍ਰੈਲ ਦਾ ਖਾਸ ਮਹੱਤਵ ਹੈ। ਦਰਅਸਲ ਇਹ ਉਹ ਦਿਨ ਹੈ ਜਦੋਂ ਭਾਰਤ ਨੇ ਰੂਸ ਦੀ ਮਦਦ ਨਾਲ ਆਪਣਾ ਪਹਿਲਾ ਉਪਗ੍ਰਹਿ ਆਰਿਆਭੱਟ ਲਾਂਚ ਕਰਕੇ ਪੁਲਾੜ ਯੁੱਗ ਵਿੱਚ ਪ੍ਰਵੇਸ਼ ਕੀਤਾ ਸੀ। ਇਹ ਭਾਰਤ ਦਾ ਪਹਿਲਾ ਵਿਗਿਆਨਿਕ ਉਪਗ੍ਰਹਿ ਸੀ। ਤੇ ਹੁਣ ਹੋਰ ਚਾਨਣਾ ਪਾਉਂਦੇ ਇਤਿਹਾਸ ਵੱਲ। 1951 ਵਿੱਚ ਬਹਿਲੋਲ ਲੋਦੀ ਨੇ ਦਿੱਲੀ ਤੇ ਕਬਜ਼ਾ ਕਰ ਲਿਆ ਅੱਜ ਦੇ ਦਿਨ। 1970 ਵਿੱਚ ਕਪਤਾਨ ਜੇਮਸ ਕੁਕ ਆਸਟ੍ਰੇਲੀਆ ਪਹੁੰਚਣ ਵਾਲਾ ਪਹਿਲਾ ਪੱਛਮੀ ਨਾਗਰਿਕ ਬਣਿਆ। 1775 ਅਮਰੀਕੀ ਕ੍ਰਾਂਤੀ ਦੀ ਸ਼ੁਰੂਆਤ ਹੋਈ। 1882 ਵਿੱਚ ਕਲਕੱਤਾ ਵਿੱਚ ਪਹਿਲਾ ਜਣੇਪਾ ਹਸਪਤਾਲ ਖੋਲ੍ਹਿਆ ਗਿਆ। 1910 ਹੇਲੀ ਦੀ ਪੂਛ ਤਾਰਾ ਪਹਿਲੀ ਆਮ ਤੌਰ ਤੇ ਦੇਖਿਆ ਗਿਆ। 1919 ਵਿੱਚ ਅਮਰੀਕਾ ਦੀ ਲੈਸਲੀ ਇਰਵਿਨ ਨੇ ਪਹਿਲੀ ਵਾਰ ਪੈਰਾਸ਼ੂਟ ਰਾਹੀਂ ਛਾਲ ਮਾਰੀ। 1936 ਵਿੱਚ ਫਲਸਤੀਨ ਵਿੱਚ ਯਹੂਦੀ ਵਿਰੋਧੀ ਦੰਗੇ ਸ਼ੁਰੂ ਹੋਏ। 1950 ਵਿੱਚ ਅੱਜ ਦੇ ਦਿਨ ਸਿਆਮਾ ਪ੍ਰਸਾਦ ਮੁਖਰਜੀ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਵਾਲੇ ਪਹਿਲੇ ਮੰਤਰੀ ਬਣੇ। ਜੀ ਤੇ ਹੁਣ ਪ੍ਰੋਗਰਾਮ ਨੂੰ ਅੱਗੇ ਵਧਾਵਾਂਗੇ ਤੇ ਅਸੀਂ ਤੁਹਾਨੂੰ ਦੱਸ ਦਈਏ ਕਿ ਪ੍ਰੋਗਰਾਮ ਵਿੱਚ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਖੁਸ਼ਹਾਲ ਸਿੰਘ ਜੀ। ਖੁਸ਼ਹਾਲ ਸਿੰਘ ਜੀ, ਤੁਹਾਡਾ ਪ੍ਰੋਗਰਾਮ ਵਿੱਚ ਸਵਾਗਤ ਹੈ। ਜੀ ਖੁਸ਼ਹਾਲ ਸਿੰਘ ਜੀ, ਤੇ ਅਸੀਂ ਤੁਹਾਡੇ ਤੋਂ ਸਭ ਤੋਂ ਪਹਿਲਾਂ ਪੁੱਛਣਾ ਚਾਹੁੰਦੇ ਕਿ ਅੱਜ ਦੇ ਦਿਨ ਦੀ ਤੁਸੀਂ ਕਿਹਾ ਸੀ ਇੱਕ ਬਹੁਤ ਖਾਸੀਅਤ ਹੈ, ਉਹ ਤੁਸੀਂ ਜਰਾ ਦਰਸ਼ਕਾਂ ਨੂੰ ਦੱਸੋ। ਅੱਜ ਦਾ ਦਿਨ ਜੀ ਜੇ ਅਸੀਂ ਖਾਸ ਕਰਕੇ ਪੰਜਾਬ ਜਾਂ ਸਿੱਖ ਇਤਿਹਾਸ ਦੇ ਨਜ਼ਰੀਏ ਤੋਂ ਦੇਖੀਏ ਜੀ ਤਾਂ ਅੱਜ ਦਾ ਦਿਨ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਜਨਮ ਮੰਨਿਆ ਜਾਂਦਾ ਹੈ। ਹਾਂਜੀ, ਅੱਜ ਦੇ ਦਿਨ ਗੁਰੂ ਤੇਗ ਬਹਾਦਰ ਜੀ ਜਿਹੜੇ ਆ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਪ੍ਰਵੇਸ਼ ਜਿਹੜਾ ਆ ਉਹ ਅੱਜ ਪ੍ਰਕਾਸ਼ ਧਾਰਿਆ ਸੀ। ਹਾਂਜੀ, ਤਾਂ ਦੂਸਰਾ ਅੱਜ ਦੇ ਦਿਨ ਹੀ ਉਹ ਪ੍ਰਯਾਗ ਜਿਹੜਾ ਹੈਗਾ ਯੂਪੀ ਦੇ ਵਿੱਚ ਹਿੰਦੂਆਂ ਦਾ ਬਹੁਤ ਵੱਡਾ ਤੀਰਥ ਸਥਾਨ ਹੈ, ਉੱਥੇ ਧਰਮ ਪ੍ਰਚਾਰ ਵਾਸਤੇ ਗਏ ਸੀ। ਹਾਂਜੀ, ਔਰ ਇਸ ਤੋਂ ਇਲਾਵਾ ਅੱਜ ਦਾ ਦਿਨ ਹੀ ਹੈ ਜਦੋਂ ਜਿਹੜਾ ਮਰਾਠਿਆਂ ਦਾ ਜਿਹੜਾ ਉਸ ਸਮੇਂ ਦਾ ਮੁਖੀ ਸੀਗਾ ਤੇ ਉਹਨਾਂ ਨੇ ਦਰਬਾਰ ਸਾਹਿਬ ਜੀ ਦੀ ਸੇਵਾ ਵਿੱਚ ਜਿਹੜਾ ਆ ਉਹ ਭਾਗ ਲਿਆ ਸੀ 1700 ਦੇ ਵਿੱਚ। ਤੇ ਅੱਜ ਦੇ ਦਿਨ ਹੀ ਜਿਹੜਾ ਆ ਭਾਈ ਮਨੀ ਸਿੰਘ ਨੇ ਜਿਹੜੀ ਉਹ ਸੇਵਾ ਸੰਭਾਲੀ ਸੀਗੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ। ਤੇ ਇਹ ਇਤਿਹਾਸ ਦੇ ਵਿੱਚ ਅੱਜ ਦੇ ਦਿਨ ਹੀ ਮਹਾਰਾਜ ਸਿੰਘ ਜਿਹੜੇ ਪਹਿਲੇ ਸਿੱਖ ਜੁਝਾਰੂ ਸੀਗੇ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਬਗਾਵਤ ਕੀਤੀ ਸੀ, ਉਹਨਾਂ ਨੂੰ ਉਹਨਾਂ ਦੇ ਸੇਵਕ ਖੜਕ ਸਿੰਘ ਤੇ ਮੁਲਤਾਨ ਦਾ ਜਿਹੜਾ ਮੂਲ ਰਾਜ ਗਵਰਨਰ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ, ਉਹਨਾਂ ਨੂੰ ਕਲਕੱਤੇ ਤੋਂ ਜਿਹੜਾ ਆ ਦੇਸ਼ ਨਿਕਾਲਾ ਅੱਜ ਦੇ ਦਿਨ ਜਿਹੜਾ
ਉਹ ਦਿੱਤਾ ਗਿਆ ਸੀਗਾ। ਜੀ ਇਹ ਜਿਹੜੀਆਂ ਕੁਝ ਘਟਨਾਵਾਂ ਅੱਜ ਦੇ ਦਿਨ ਦੀਆਂ ਮਹੱਤਵਪੂਰਨ ਹੈਗੀਆਂ ਨੇ ਸਿੱਖ ਇਤਿਹਾਸ ਦੇ ਵਿੱਚ। ਜੀ ਤੇ ਜੇ ਸਭ ਤੋਂ ਵੱਡੇ ਹੁਣ ਮੁੱਦਿਆਂ ਦੀ ਜੇ ਅਸੀਂ ਗੱਲ ਕਰੀਏ ਤਾਂ ਇੱਕ ਸਭ ਤੋਂ ਵੱਡਾ ਜਿਹੜਾ ਮੁੱਦਾ ਸਾਹਮਣੇ ਆ ਰਿਹਾ ਕਿ ਲਖੀਮਪੁਰ ਖੀਰੀ ਹਿੰਸਾ ਵਿੱਚ ਜੋ ਅਜੇ ਮਿਸ਼ਰਾ ਦਾ ਪੁੱਤਰ ਸੀ ਉਹਦੀ ਜੋ ਜ਼ਮਾਨਤ ਯਾਚਿਕਾ ਹੈ ਉਹ ਰੱਦ ਹੋ ਗਈ ਹੈ, ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਰੋਹਿਤ ਜੀ, ਅੱਜ ਦੇ ਦਿਨ ਜਿਹੜਾ ਕੱਲ ਸੁਪਰੀਮ ਕੋਰਟ ਨੇ ਇਹ ਆਦੇਸ਼ ਦਿੱਤਾ ਹੈਗਾ ਆ ਜਾਂ ਫੈਸਲਾ ਦਿੱਤਾ ਆ, ਇਹਦੇ ਨਾਲ ਕਈ ਪੱਖ ਨੇ ਜਿਹੜੇ ਉਹ ਸਾਡੇ ਸਾਹਮਣੇ ਆਏ ਆ। ਹਾਂਜੀ, ਇੱਕ ਤਾਂ ਜਿਸ ਤਰ੍ਹਾਂ ਸਰਕਾਰ ਨੇ, ਕੇਂਦਰੀ ਸਰਕਾਰ ਨੇ ਹੁਣ ਤੱਕ ਇਸ ਕੇਸ ਨੂੰ ਵੀਕ ਕਰਨ ਵਾਸਤੇ ਵਿੱਚੇ ਯੂਪੀ ਦੀ ਸਰਕਾਰ ਹੈ, ਵਿੱਚੇ ਸੈਂਟਰ ਦੀਆਂ ਏਜੰਸੀਆਂ ਨੇ, ਜਿਹੜਾ ਉਹਨਾਂ ਦਾ ਪੱਖ ਹੈ, ਜਿਹੜੀਆਂ ਟਿੱਪਣੀਆਂ ਕੀਤੀਆਂ ਅਦਾਲਤ ਨੇ, ਜਿਸ ਤਰੀਕਾ ਪੀੜਤ ਧਿਰ ਨੂੰ ਪੁੱਛਿਆ ਨਹੀਂ ਗਿਆ, ਸੰਵਿਧਾਨ ਤੋਂ ਬਾਹਰ ਜਾ ਕੇ ਜਿਹੜੇ ਆ ਵੱਡੇ ਜਿਹੜੇ ਪੱਖ ਸੀ ਦੇਖਣੇ ਸੀ FIR ਦੇ, ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਉਹ ਜਿਹੜੀ ਹੈ ਉਹਨਾਂ ਨੂੰ ਜ਼ਮਾਨਤ ਹਾਈ ਕੋਰਟ ਨੇ ਦਿੱਤੀ, ਇਲਾਹਾਬਾਦ ਹਾਈ ਕੋਰਟ ਨੇ ਦਿੱਤੀ ਸੀ। ਉਹਨਾਂ ਨੂੰ ਕਾਫੀ ਜਿਹੜਾ ਹੈ ਸੁਪਰੀਮ ਕੋਰਟ ਨੇ ਉਹਨਾਂ ਨੂੰ ਦੀ ਨਿਸ਼ਾਨਦੇਹੀ ਕੀਤੀ ਹੈ ਔਰ ਝਾੜ ਵੀ ਪਾਈ ਹੈ। ਅਸੀਂ ਦੂਜੇ ਸ਼ਬਦਾਂ 'ਚ ਕਹੀਏ ਕਿ ਇਹ ਇਕੱਲਾ ਫੈਸਲਾ ਇਹਦਾ ਨਹੀਂ ਕਿ ਆਸ਼ੀਸ਼ ਮਿਸ਼ਰਾ ਨੇ ਅੱਜ ਮਤਲਬ ਹਫ਼ਤੇ ਦੇ ਅੰਦਰ ਸਰੈਂਡਰ ਕਰ ਦੇਣਾ। ਇਹ ਮਸਲਾ ਇਹ ਹੈ ਕਿ ਇਹ ਕਈ ਹੋਰ ਜਿਹੜੇ ਕੇਸ ਨੇ ਉਹਨਾਂ ਦੇ ਵਿੱਚ ਵੀ ਇਹ ਕੋਟ ਕੀਤਾ ਜਾਊਗਾ। ਇਹ ਬਹੁਤ ਇਤਿਹਾਸਿਕ ਫੈਸਲਾ ਹੈਗਾ ਆ, ਕਿਉਂਕਿ ਜਿਸ ਪੱਧਰ ਇੰਨੀ ਪਾਵਰ ਦੇ ਨਾਲ ਜਿਸ ਤਰ੍ਹਾਂ ਦੀ ਕਮੈਂਟ ਕੀਤੀ ਹੈ ਕਿ ਪੀੜਤ ਧਿਰ ਨੂੰ ਕਿਸ ਤਰ੍ਹਾਂ ਇਨਸਾਫ ਮਿਲੇਗਾ ਜਦੋਂ ਉਸ ਸਮੇਂ ਦੀ ਜਿਹੜੀ ਪਾਵਰ ਹੈ, ਇਹ ਸਟੇਟ ਹੈ, ਉਹ ਜਿਹੜਾ ਦੋਸ਼ੀ ਦੀ ਮਦਦ ਉੱਤੇ ਆ ਜੇ। ਹਾਲੇ ਤੱਕ ਵੀ ਜਿਹੜੇ ਆ ਉਹ ਉਹਨਾਂ ਦੇ ਫਾਦਰ ਨੇ ਆਸ਼ੀਸ਼ ਮਿਸ਼ਰਾ ਦੇ, ਉਹ ਕੇਂਦਰੀ ਜਿਹੜੇ ਆ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਨੇ ਔਰ ਉਸ ਮੰਡਲ ਦੇ ਵਿੱਚ ਸ਼ਾਮਲ ਨੇ ਜਿਹੜਾ ਗ੍ਰਹਿ ਵਿਭਾਗ ਨੂੰ ਦੇਖਦਾ ਹੈਗਾ। ਸੋ ਉਹ ਉਹਨਾਂ ਦੇ ਥੱਲੇ ਕੰਮ ਕਰਨ ਵਾਲੇ ਕਰਿੰਦੇ ਆ ਜਿਹੜੇ ਅਧਿਕਾਰੀ ਹੈ, ਉਹ ਕਿਸ ਤਰ੍ਹਾਂ ਇਨਸਾਫ ਨਾਲ ਕੋਈ ਜਿਹੜੇ ਇਨਸਾਫ ਦਿਵਾਉਣ ਵਾਸਤੇ ਜਿਹੜੇ ਉਹ ਸਹਾਈ ਹੋ ਸਕਦੇ ਆ। ਇਹ ਸਾਰੇ ਪੱਖ ਨੇ ਤੇ ਉਹ ਵੀ ਜਿਹੜੀ ਸਰਕਾਰ ਹੁਣ ਤੱਕ ਆਸ਼ੀਸ਼ ਮਿਸ਼ਰਾ ਦੇ ਹੱਕ 'ਚ ਖੜਦੀ ਰਹੀ ਹੈ, ਉਹ ਅਧਿਕਾਰੀ ਜਿਹੜੇ ਉਹਦੀ ਫੇਵਰ ਕਰਦੇ ਰਹੇ ਹੈ। ਤੇ ਪਿਛਲੇ ਇਲੈਕਸ਼ਨਾਂ ਦੇ ਵਿੱਚ ਉਸ ਇਲਾਕੇ ਦੇ ਵਿੱਚ ਉਹਨਾਂ ਦੀ ਜਿਹੜੀ ਰਾਜਨੀਤਿਕ ਸ਼ਕਤੀ ਹੈ ਉਹਦਾ ਵੀ ਸਾਨੂੰ ਪਤਾ ਹੈ, ਕਿੰਨੀ ਅਨੁਮਾਨ ਹੋਣਾ ਚਾਹੀਦਾ ਕਿ ਕਿੰਨੀ ਪਾਵਰ ਨਾਲ ਉਹ ਦੁਆਰਾ ਜਿਹੜੇ ਉਹ ਜਿੱਤ ਕੇ ਆਏ ਸੀਗੇ। ਇਹ ਜਿਹੜਾ ਹੁਣ ਸਾਡਾ ਰੋਹਿਤ ਜੀ ਮਾਹੌਲ ਚੱਲ ਰਿਹਾ ਹੈ ਭਾਰਤ ਦੇ ਵਿੱਚ, ਅਸੀਂ ਪਿਛਲੇ 2-3 ਦਿਨਾਂ ਦੇ ਵਿੱਚ ਦੇਖਿਆ ਆ ਜਿਸ ਤਰ੍ਹਾਂ ਦੇ ਦੰਗੇ ਫਸਾਦ ਹੋ ਰਹੇ ਆ, ਜਿਸ ਤਰ੍ਹਾਂ ਦਾ ਇੱਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਜਿੱਡੇ ਵੱਡੇ ਇੰਡੀਆ ਦੇ ਵਿੱਚ ਜਿਹੜੇ ਹਥਿਆਰਬੰਦ ਲੋਕਾਂ ਨੇ ਖਾਸ ਕਰਕੇ ਇੱਕ ਦੂਜੇ ਸਮਾਜ ਨੂੰ ਡਰਾਉਣ ਵਾਸਤੇ, ਧਮਕਾਉਣ ਵਾਸਤੇ ਜਿਸ ਤਰ੍ਹਾਂ ਦੀ ਭਾਸ਼ਾ ਵਰਤੀ ਹੈ, ਜਿਸ ਤਰ੍ਹਾਂ ਦੇ ਹਥਿਆਰ ਲੈ ਕੇ ਪ੍ਰਦਰਸ਼ਨ ਕੀਤੇ ਆ, ਅਸੀਂ ਸਾਡੇ ਸਾਹਮਣੇ ਹੈ। ਦੂਸਰੇ ਪਾਸੇ ਸਾਡੀ ਕਾਰਜਪਾਲਿਕਾ ਦੀ ਸਥਿਤੀ ਆ ਉਹ ਵੀ ਸਾਡੇ ਸਾਹਮਣੇ ਆ। ਦਿੱਲੀ ਦੇ ਵਿੱਚ ਜਿਹੜੀ ਹੁਣ ਪੁਲਿਸ ਹੈ ਜਿੰਨੀ ਕਾਰਵਾਈ ਕੀਤੀ ਹੈ, ਉਹ ਇੱਕ ਧਰਮ ਦੇ ਇੱਕ ਫਿਰਕੇ ਦੇ ਲੋਕ ਨੇ ਜਿਹੜੇ ਉਹਨਾਂ ਨੂੰ ਹੀ ਜਿਹੜੇ ਪੀੜਤ ਹੈ ਉਹਨਾਂ ਨੂੰ ਹੀ ਦੋਸ਼ੀਆਂ ਦੇ ਰੂਪ ਵਿੱਚ ਪੇਸ਼ ਕਰ ਰਹੀ ਹੈ। ਤੇ ਜਿਹੜੇ ਬੰਦਿਆਂ ਨੇ ਉੱਥੇ ਆਗਿਆ ਦਿੱਤੀ ਹੈ, ਪਤਾ ਹੀ ਸੀਗਾ ਜਦੋਂ ਅਸੀਂ 2 ਗਰੁੱਪਾਂ ਦੇ ਵਿੱਚ ਕੋਈ ਤਣਾਅ ਚੱਲ ਰਿਹਾ ਆ ਤਾਂ ਉਹਦੇ ਵਿੱਚ ਕੀ ਹੋਣਾ ਹੈ। ਇਹ ਸਾਰਾ ਜਿਹੜਾ ਜਿੱਧਰ ਨੂੰ ਸਰਕਾਰ ਜਾ ਰਹੀ ਹੈ ਜਾਂ ਸਾਡੀ ਸਟੇਟ ਜਾ ਰਹੀ ਹੈ, ਇਹ ਜਿਹਦਾ ਅਸੀਂ ਯਾਦ ਮਨਾਉਣ ਜਾ ਰਹੇ ਹਾਂ ਰੋਹਿਤ ਜੀ, 24 ਤਰੀਕ ਨੂੰ ਜਿਹੜਾ ਆ ਉਹ ਲਾਲ ਕਿਲ੍ਹੇ ਦੇ ਵਿੱਚੋਂ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਦਿਨ ਮਨਾਇਆ ਜਾਣਾ, ਗੁਰਪੁਰਬ ਮਨਾਇਆ ਜਾਣਾ ਔਰ ਪ੍ਰਧਾਨ ਮੰਤਰੀ ਤੇ ਹੋਰ ਜਿਹੜੇ ਖਾਸ ਸਾਡੇ ਹੈਗੇ ਆ ਉਹ ਲੋਕ ਸੇਵਕ ਹੈ ਉਹ ਉੱਥੇ ਹਾਜ਼ਰ ਹੋਣੇ ਆ, ਉਹਨਾਂ ਦੇ ਵਿੱਚ ਸ਼ਮੂਲੀਅਤ ਹੋਣੀ ਹੈ। ਹਰਿਆਣਾ ਸਰਕਾਰ ਵੀ ਅਜਿਹੇ ਪ੍ਰੋਗਰਾਮ ਕਰ ਰਹੀ ਹੈ। ਤਾਂ ਗੁਰੂ ਤੇਗ ਬਹਾਦਰ ਜੀ ਨੂੰ ਮਨਾਉਣਾ ਜਾਂ ਉਹਨੂੰ ਸ਼ਰਧਾਂਜਲੀ ਦੇਣੀ ਕੀ ਹੈ ਕਿ ਉਹਨਾਂ ਦਾ ਜਨੇਊ ਤੇ ਕੋਈ ਵਿਸ਼ਵਾਸ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਉਸੇ ਜਨੇਊ ਨੂੰ ਕਹਿੰਦੇ ਮੈਂ ਨਹੀਂ ਪਾਉਣਾ। ਉਹਨਾਂ ਦੇ ਰਿਸ਼ਤੇਦਾਰਾਂ ਸਾਹਮਣੇ, ਸਾਕਾ ਸੰਬੰਧੀਆਂ ਦੇ ਸਾਹਮਣੇ ਇੱਕ ਹਿੰਦੂ ਪ੍ਰਥਾ ਆ ਜਿਸ ਮੁਤਾਬਕ ਜਿਹੜਾ ਉਹਨਾਂ ਨੂੰ ਜਨੇਊ ਧਾਰਨ ਕਰਾਇਆ ਜਾਣਾ ਆ, ਉਹ ਵੱਡੀ ਪਾਰਟੀ ਦਾ ਜਿਹੜਾ ਖੁਸ਼ੀ ਦਾ ਮਾਹੌਲ ਹੁੰਦਾ ਹੈ ਹਿੰਦੂ ਸਮਾਜ ਦੇ ਵਿੱਚ। ਪਰ ਗੁਰੂ ਸਾਹਿਬ ਜੀ ਇਨਕਾਰ ਕਰ ਦਿੰਦੇ ਆ, ਕਹਿੰਦੇ ਮੈਨੂੰ ਐਵੇਂ ਦਾ ਜਨੇਊ ਨਹੀਂ ਚਾਹੀਦਾ। ਉਸੇ ਜਨੇਊ ਨੂੰ ਜ਼ਬਰਦਸਤੀ ਆ ਜਿਹੜਾ ਉਹ ਔਰੰਗਜ਼ੇਬ ਲਾਉਣਾ ਚਾਹੁੰਦਾ ਆ, ਤਾਂ ਉਹਦੇ ਹੱਕ ਵਿੱਚ ਗੁਰੂ ਸਾਹਿਬ ਜੀ ਆ ਕੇ ਖੜਦੇ ਆ ਮਨੁੱਖਤਾ ਦੇ ਹੱਕ 'ਚ, ਮਨੁੱਖੀ ਅਧਿਕਾਰਾਂ ਦੇ ਸਾਹਮਣੇ ਕਿ ਮਨੁੱਖ ਨੇ ਆਪ ਫੈਸਲਾ ਕਰਨਾ ਆ ਕਿ ਕਿਹੜੇ ਧਰਮ ਨੂੰ ਮੰਨਣਾ ਆ, ਕੀ ਕਰਨਾ ਆ।
ਸਟੇਟ ਉਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੀ, ਉਹਦੇ ਤੇ ਕੋਈ ਪ੍ਰੈਸ਼ਰ ਨਹੀਂ ਪਾ ਸਕਦੀ। ਤਾਂ ਉਹਦੇ 'ਚ ਗੁਰੂ ਸਾਹਿਬ ਜੀ ਦੇ ਜਿਹੜੇ ਆ ਉਹ ਜਾ ਕੇ ਆਪਣੀ ਸ਼ਹਾਦਤ ਦਿੰਦੇ ਆ, ਆਪਣਾ ਸੀਸ ਦਿੰਦੇ ਆ। ਉਸੇ ਲਾਲ ਕਿਲੇ ਤੋਂ ਹੁਕਮ ਹੁੰਦੇ ਆ ਗੁਰੂ ਸਾਹਿਬ ਜੀ ਨੂੰ ਜਿਹੜਾ ਸੀਸ ਕੱਟਣ ਦੇ, ਤੇ ਉਸੇ ਲਾਲ ਕਿਲੇ ਦੇ ਵਿੱਚ ਹੁਣ ਜਿਹੜਾ ਦਿਨ ਮਨਾਇਆ ਜਾਣਾ ਆ। ਦਿਨ ਤਾਂ ਹੀ ਰੋਹਿਤ ਜੀ ਸਾਡੇ ਵਾਸਤੇ ਮਨਾਵਾਂਗੇ ਜੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੁਆਰਾ ਦਿੱਤੀ ਹੋਈ ਜਿਹੜੀ ਸਿੱਖਿਆ ਆ, ਜਿਹੜਾ ਆਪਣਾ ਜੀਵਨ ਦਾਨ ਕਰਕੇ ਗਏ ਆ, ਉਹ ਜਿਹੜੇ ਮਨੁੱਖੀ ਧਰਮ ਦੀ ਆਜ਼ਾਦੀ ਹੈ, ਮਨੁੱਖ ਨੂੰ ਧਰਮ ਕਿਹੜਾ ਮੰਨਣਾ ਹੈ, ਉਹਦੇ ਧਰਮ ਦੇ ਵਿਸ਼ਵਾਸ ਦੀ ਜਿਹੜੀ ਆਜ਼ਾਦੀ ਹੈ, ਉਹਦੇ ਵਾਸਤੇ ਉਹਨਾਂ ਨੇ ਜਿਹੜੀ ਆ ਸ਼ਹਾਦਤ ਦਾ ਜਾਮ ਪੀਤਾ ਆ। ਤੇ ਅੱਜ ਅਸੀਂ ਇੱਕ ਪਾਸੇ ਉਹਨਾਂ ਦਾ ਗੁਰਪੁਰਬ ਮਨਾ ਰਹੇ ਹਾਂ, ਤੇ ਦੂਸਰੇ ਪਾਸੇ ਜਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਆ, ਜਿਸ ਤਰ੍ਹਾਂ ਦੀ ਦਹਿਸ਼ਤ ਸਿਰਜੀ ਜਾ ਰਹੀ ਆ, ਖਾਸ ਕਰਕੇ ਘੱਟ ਗਿਣਤੀ ਕੌਮਾਂ ਦੇ ਮਾਮਲੇ ਦੇ ਵਿੱਚ, ਤਾਂ ਉਹ ਬੜੀ ਜਿਹੜੀ ਚਿੰਤਾਜਨਕ ਹੈ। ਜਿਸ ਤਰ੍ਹਾਂ ਦੀ ਹੁਣ ਪਿਛਲੇ ਦਿਨ 'ਚ ਪਾਰਲੀਮੈਂਟ ਦੇ ਵਿੱਚ ਸੋਨੀਆ ਗਾਂਧੀ ਜੀ ਨੇ ਵੀ ਟਵੀਟ ਕੀਤਾ ਆ, ਰਾਹੁਲ ਨੇ ਵੀ ਕੀਤਾ, ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਵੱਡੀਆਂ ਹਸਤੀਆਂ ਉਹ ਕਰ ਰਹੀਆਂ ਹੈਗੀਆਂ। ਸੋ ਗੱਲ ਤਾਂ ਇਹ ਹੈ ਕਿ ਅਸੀਂ ਜਿਸ ਦਿਨ ਨੂੰ ਜਾ ਰਹੇ ਹੈਗੇ ਆ, ਕੱਲ੍ਹ ਵਾਲਾ ਜਿਹੜਾ ਫੈਸਲਾ ਹੈਗਾ ਆ, ਉਹਦੇ ਵਿੱਚੋਂ ਥੋੜ੍ਹਾ ਸਾਨੂੰ ਆਸ ਦੀ ਕਿਰਨ ਦਿਸਦੀ ਹੈ, ਕਿਉਂਕਿ ਜੇਕਰ ਇਹ ਫੈਸਲਾ ਨਾ ਹੁੰਦਾ ਤੇ ਜਿਸ ਮਾਹੌਲ 'ਚੋਂ ਅਸੀਂ ਗੁਜ਼ਰ ਰਹੇ ਹਾਂ, ਵਿਚਰ ਰਹੇ ਹਾਂ, ਇਹ ਸਾਡੇ ਵਾਸਤੇ ਹੋਰ ਬਹੁਤ ਔਖਾ ਹੋਣਾ ਸੀਗਾ ਜੀ। ਤੇ ਖੁਸ਼ਹਾਲ ਸਿੰਘ ਜੀ, ਕਰੰਟਲੀ ਜੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕਿਸ ਤਰ੍ਹਾਂ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਗਿਆ, 500 ਕਰੋੜ ਦੇ ਖਜ਼ਾਨੇ ਨੂੰ 800 ਕਰੋੜ ਕਹਿ ਕੇ ਦੱਸਿਆ ਗਿਆ ਜੀ। ਇਹ ਨਾ ਜੀ ਜਿਹੜਾ ਖਜ਼ਾਨਾ ਜਿਹੜਾ ਆ, ਇਹ ਸਾਡੇ ਜਿਹੜੇ ਪਿਛਲੇ ਸਮੇਂ 'ਚ ਸਰਕਾਰਾਂ ਰਹੀਆਂ ਨੇ, ਹਾਂਜੀ, ਉਹਨਾਂ ਨਾਲ ਆਪਣੇ ਲੋਕਾਂ ਦੇ ਉੱਤੇ, ਕਿਉਂਕਿ ਖਜ਼ਾਨਾ ਕਿਤੋਂ ਬਾਹਰੋਂ ਤਾਂ ਆਇਆ ਨਹੀਂ ਰੋਹਿਤ ਜੀ, ਸਾਡੇ ਲੋਕਾਂ ਦੇ ਟੈਕਸ ਦੇ ਦਿੱਤੇ ਪੈਸੇ ਹੈ। ਜਿਸ ਤਰ੍ਹਾਂ ਅਸੀਂ ਦੇਖਿਆ ਕਿ ਸਰਕਾਰਾਂ ਨੇ ਪਿਛਲੇ ਟਾਈਮ 'ਚ ਲਟਾਇਆ ਆ, ਭਾਵੇਂ ਸੰਗਤ ਦਰਸ਼ਨ ਹੋਣ ਤੇ ਭਾਵੇਂ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਅਮਰਿੰਦਰ ਸਿੰਘ ਦੀ ਸਰਕਾਰ ਸੀਗੀ ਪਿਛਲੇ ਟਰਮ ਦੇ ਵਿੱਚ, ਫਿਰ ਚੰਨੀ ਨੇ ਲਾਸਟ ਦਿਨਾਂ ਦੇ ਵਿੱਚ ਜੋ ਕੁਝ ਕੀਤਾ ਹੈਗਾ ਆ। ਤੇ ਹੁਣ ਜਿਹੜੀ ਪੋਜੀਸ਼ਨ ਇਹ ਬਣੀ ਪਈ ਹੈ ਕਿ ਜਿੰਨਾ ਅਸੀਂ ਰੋਹਿਤ ਜੀ ਕਰਜ਼ਾ ਲੈਂਦੇ ਆ ਹਰ ਸਾਲ, ਉਹਦਾ 70% ਹੈ ਜਿਹੜਾ ਉਹ ਸਾਡਾ ਜਿਹੜਾ ਆ ਉਹ ਵਿਆਜ 'ਚ ਚਲੇ ਜਾਂਦਾ ਆ। ਤੇ ਆਉਣ ਵਾਲੇ ਸਮੇਂ 'ਚ ਹੋਰ ਲੋਕ ਲੁਭਾਊ ਜਿਹੜੇ ਆ ਫੈਸਲੇ ਉਹ ਕੀਤੇ ਜਾ ਰਹੇ ਆ, ਤੇ ਜਿਹਦੇ 'ਚ ਪੰਜਾਬ ਦਾ ਖਜ਼ਾਨਾ ਅਫੋਰਡ ਨਹੀਂ ਕਰ ਸਕਦਾ। ਆ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਰੋਹਿਤ ਜੀ 300 ਯੂਨਿਟ ਮਾਫ ਕਰਨ ਦਾ ਜਿਹੜਾ ਆ ਉਹ ਵੀ ਸਰਕਾਰ ਨੇ ਐਲਾਨ ਕੀਤਾ, ਬੜਾ ਰੌਲਾ ਪੈ ਰਿਹਾ ਆ। ਤੇ ਜੇ ਕੋਈ ਲੋਕਾਂ ਨੂੰ ਸਹੂਲਤ ਦਿੱਤੀ ਜਾਂਦੀ, ਕੋਈ ਮਾੜੀ ਗੱਲ ਤਾਂ ਨਹੀਂ ਹੈ, ਪਰੰਤੂ ਅਸੀਂ ਜਾਣਦੇ ਹਾਂ ਕਿ ਜਿਹੜੇ ਹੁਣ 60% ਤੋਂ ਉੱਤੇ ਬਿਜਲੀ ਯੂਜ਼ ਕਰਦੇ ਆ ਪਿੰਡਾਂ ਦੇ ਵਿੱਚ, ਉਹਨਾਂ ਦੀ ਐਵਰੇਜ ਸੀ ਜਿਹੜੀ ਉਹ 150 ਯੂਨਿਟ ਤੋਂ ਘੱਟ ਸੀ। ਜਦੋਂ ਤੁਸੀਂ 300 ਯੂਨਿਟ ਕਰ ਦਿਓਗੇ ਤਾਂ ਇਹਦਾ ਮਤਲਬ ਹੈ ਕੰਜੰਪਸ਼ਨ ਵਧਣੀ ਹੈ, ਤੇ ਵਧਣੀ ਹੈ। ਤੇ ਕੀ ਪੰਜਾਬ ਦੀ ਜਿਹੜੀ ਪਾਵਰ ਕੌਮ ਹੈਗੀ ਆ, ਉਹਦੀ ਪਹਿਲਾਂ ਪੋਜੀਸ਼ਨ ਕੀ ਹੈ, ਉਹਦੇ ਪਹਿਲੇ ਜਿਹੜੇ ਜਿੰਨੇ ਘਾਟੇ 'ਚ ਜਾ ਰਹੇ, ਸਾਹ ਤਾਂ ਉਹਨੂੰ ਪਹਿਲਾਂ ਨਹੀਂ ਨਿਕਲ ਰਿਹਾ, ਤੇ ਲੋਕ ਜਿਹੜੇ ਆ ਅੱਗੇ ਉਹਨੂੰ ਕਿਵੇਂ ਤਬਾਹ ਕਰਨਾ। ਸਾਡੇ ਨਾਲ ਦਾ ਜਿਹੜਾ ਦੇਸ਼ ਹੈ, ਉਹ ਸ੍ਰੀਲੰਕਾ ਪਹਿਲਾਂ ਹੀ ਐਸੇ ਸੰਕਟ ਦੇ ਵਿੱਚ ਜੂਝ ਰਿਹਾ ਆ, ਤੇ ਅਸੀਂ ਉਧਰ ਨੂੰ ਬੜੀ ਤੇਜ਼ੀ ਨਾਲ ਵੱਧ ਰਹੇ ਹਾਂ। ਖਾਸ ਕਰਕੇ ਪੰਜਾਬ ਦੇ ਮਸਲੇ ਦੇ ਵਿੱਚ ਪੰਜਾਬ ਦਾ ਟੋਟਲ ਬਜਟ ਹੈ, ਉਹਦਾ ਵੱਡਾ ਹਿੱਸਾ ਹੈ ਜਿਹੜਾ ਸਾਡੀਆਂ ਉਹ ਤਨਖਾਹਾਂ 'ਚ ਚਲੇ ਜਾਂਦਾ ਆ। ਸਾਡੇ ਕੋਲ ਹੋਰ ਕੰਮ ਕਰਨ ਲਈ ਕੋਈ ਪੈਸਾ ਬਚਦਾ ਨਹੀਂ ਹੈ। ਦੂਜੀ ਗੱਲ ਹੈ ਕਿ ਲੋਕਾਂ ਤੋਂ ਪੈਸਾ ਜਿਹੜਾ ਤੁਸੀਂ ਲੈਣਾ, ਵਸੂਲ ਕਰਨਾ ਟੈਕਸ ਦੇ ਰਾਹੀਂ, ਉਹਦਾ ਵੀ ਜਿਹੜਾ ਤੁਸੀਂ ਪਹਿਲਾਂ ਇਸ਼ਾਰਾ ਕੀਤਾ ਹੈਗਾ, ਜਿਹੜੀ ਗੱਲ ਕੀਤੀ ਹੈਗੀ ਆ, ਉਹਨੂੰ ਬੜਾ ਜਿਹੜਾ ਬੇਦਰਦੀ ਦੇ ਨਾਲ ਪਿਛਲੇ ਹੁਕਮਰਾਨਾਂ ਨੇ ਵੀ ਵਰਤਿਆ, ਤੇ ਆਉਣ ਵਾਲੇ ਵੀ ਜਿਹੜੇ ਹੈਗੇ ਆ ਉਹਨਾਂ ਦੇ ਵੀ ਕੋਈ ਸ਼ੁਭ ਸੰਕੇਤ ਨਹੀਂ ਲੱਗਦੇ ਹੈਗੇ ਕਿ ਉਹਨਾਂ ਨੂੰ ਕੋਈ ਚਿੰਤਾ ਹੋਵੇ ਕਿ ਅਸੀਂ ਜਿਹੜਾ ਆ ਇਹ ਲੋਕਾਂ ਦਾ ਜਿਹੜਾ ਭਲਾ ਕਿਸ ਤਰ੍ਹਾਂ ਕਰਨਾ ਹੈਗਾ ਆ। ਉਹ ਇੱਕੋ ਦਮ ਵੀ ਲੋਕਾਂ ਦੇ ਵਿੱਚ ਵੋਟਾਂ ਤਾਂ ਹਾਲੇ ਬਹੁਤ ਦੂਰ ਪਈਆਂ ਰੋਹੀ ਜੀ, ਸਾਡੇ ਜਿਹੜੇ ਮਸਲੇ ਆ ਉਹ ਤਾਂ ਹੁਣ ਸਾਡੇ ਸਿਰ ਤੇ ਖੜੇ ਆ। ਅਸੀਂ ਉਹਨਾਂ ਮਸਲਿਆਂ ਦੇ ਨਾਲ ਵਿੱਚੋਂ ਕਿਸ ਤਰ੍ਹਾਂ ਨਿਕਲਣਾ ਹੈਗਾ ਆ, ਉਹਦੇ ਬਾਰੇ ਦੇਖੋ। ਜਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀਗੀਆਂ ਕਿ 1000 ਰੁਪਇਆ ਔਰਤਾਂ ਦੇ ਖਾਤੇ 'ਚ ਦੇਣਾ ਹੈਗਾ ਆ, ਹੋਰ ਜਿੰਨੇ ਵੀ ਇਹਨਾਂ ਨੇ ਐਲਾਨ ਕੀਤੇ ਸੀਗੇ, ਐਲਾਨ ਤਾਂ ਮੁਫਤ ਬਿਜਲੀ ਨੂੰ ਜੇ ਅਸੀਂ ਗੱਲ ਕਰੀਏ, ਮੁਫਤ ਬਿਜਲੀ ਨੂੰ ਲੈ ਕੇ ਹੁਣ ਜੋ ਬਿਜਲੀ ਮੰਤਰੀ ਨੇ ਹਰਭਜਨ ਸਿੰਘ, ਉਹ ਵੀ ਹੁਣ ਜਸਟੀਫਾਈ ਕਰਦੇ ਨਜ਼ਰ ਆ ਰਹੇ ਇਸ ਚੀਜ਼ ਨੂੰ। ਵੇਖੋ ਜੀ, ਉਹਨਾਂ ਦਾ ਤਾਂ ਜਿਸ ਤਰ੍ਹਾਂ ਪੋਲੀਟੀਕਲ ਪਾਰਟੀਆਂ ਦਾ ਹੋ ਗਿਆ ਆ ਰੋਹਿਤ ਜੀ, ਅੰਦਰਲੀ ਜਿਹੜੀ ਡੈਮੋਕ੍ਰੇਸੀ ਆ ਉਹ ਖਤਮ ਹੋ ਚੁੱਕੀ ਆ, ਲੋਕਤੰਤਰ ਪਾਰਟੀਆਂ ਦੇ ਅੰਦਰ ਨਹੀਂ ਰਿਹਾ। ਅਸੀਂ ਪਿਛਲੇ ਦਿਨਾਂ 'ਚ ਦੇਖਿਆ ਆ, ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਇੱਕ ਡਾਕਟਰ ਬਲਜੀਤ ਕੌਰ ਦੇ ਘਰ ਦੇ ਅੱਗੇ ਜਿਹੜਾ ਆ ਉਹ ਧਰਨਾ ਲਾਇਆ ਸੀਗਾ, ਕਿਉਂਕਿ ਵਰਕਰਾਂ ਨੇ ਅਣਦੇਖੀ ਹੋ ਰਹੀ ਸੀ, ਤੇ ਉਹਨਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ ਆ।
ਇਸੇ ਤਰ੍ਹਾਂ ਹੀ ਜਿਹੜਾ ਭਗਵੰਤ ਮਾਨ ਦਾ ਸਨਮਾਨ ਕੀਤਾ ਸੀਗਾ, ਉੱਥੇ ਹਾਂਜੀ। ਸ਼੍ਰੋਮਣੀ ਕਮੇਟੀ ਮੈਂਬਰ ਸੀ, ਗੁਰਦੁਆਰਾ ਸਾਹਿਬ ਦੇ ਮੈਨੇਜਰ ਸੀ ਦਮਦਮਾ ਸਾਹਿਬ ਦਾ, ਉਹਨਾਂ ਦੀ ਅਗਲੇ ਦਿਨ ਛੁੱਟੀ ਕਰ ਦਿੱਤੀ ਗਈ। ਹਾਂਜੀ ਇਹ ਜਿਹੜੇ ਹੈਗੀ ਆ ਪਾਰਟੀ ਦੇ ਅੰਦਰ ਤੁਸੀਂ ਕਿਸ ਜਿਹੜੇ ਅਨੁਸ਼ਾਸਨ ਕਮੇਟੀ ਦੇ ਵਿੱਚ ਇਹ ਮਸਲਾ ਉਠਾਇਆ ਆ। ਇੱਕ ਬੰਦਾ ਉਹਨੂੰ ਲੱਗਦਾ ਕਿ ਪਾਰਟੀ ਦਾ ਅਨੁਸ਼ਾਸਨ ਭੰਗ ਹੋ ਗਿਆ ਆ ਤੇ ਉਹ ਜਿਹੜਾ ਫੈਸਲੇ ਕਰ ਰਿਹਾ ਆ। ਜੀ। ਇਹਦੇ ਵਿੱਚ ਇੱਕ ਪ੍ਰੋਸੀਜਰ ਹੁੰਦਾ ਆ, ਪਹਿਲਾ ਕਾਰਨ ਦੱਸੋ, ਨੋਟਿਸ ਜਾਰੀ ਹੁੰਦਾ ਆ, ਉਹਦੇ ਵਿੱਚ ਅਗਲੇ ਨੂੰ ਮੌਕਾ ਦਿੱਤਾ ਜਾਂਦਾ ਜਵਾਬ ਦੇਣ ਦਾ, ਬਿਲਕੁਲ। ਤੇ ਉਹਦਾ ਪੱਖ ਸੁਣਨ ਤੋਂ ਬਾਅਦ ਕੋਈ ਫੈਸਲਾ ਕਰਨਾ ਚਾਹੀਦਾ। ਹਾਂਜੀ। ਇਹ ਜਿਹੜੇ ਜਿਸ ਤਰ੍ਹਾਂ ਦਾ ਰੁਝਾਨ ਇੱਧਰ ਚੱਲ ਪਿਆ ਹੈਗਾ ਆ, ਤੇ ਉਹਦੇ ਵਿੱਚ ਹੁਣ ਇਹ ਮੈਸੇਜ ਦੇਣ ਦਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਈ ਵਰਕਰ ਹੈ ਜਿਹੜਾ ਉਹ ਆਪਣੇ ਆਪ ਕੋਈ ਬਿਆਨ ਨਹੀਂ ਦੇਗਾ ਪਾਲਿਸੀ ਦੇ ਉੱਤੇ, ਉਹ ਜਿਹੜੇ ਸੈਂਟਰ ਤੇ ਬੈਠੇ ਲੀਡਰਸ਼ਿਪ ਹੈ ਉਹ ਫੈਸਲਾ ਕਰੂਗੀ। ਇਸ ਕਰਕੇ ਭਾਵੇਂ ਇੱਥੇ ਖੇਤੀਬਾੜੀ ਮੰਤਰੀ ਹੋਵੇ, ਹੁਣ ਤਾਂ ਗੱਲਾਂ ਚੱਲ ਰਹੀਆਂ ਰੋਹੀ ਜੀ ਕਿ ਸੀਐਮ ਹਾਊਸ ਦੇ ਵਿੱਚ ਵੀ ਇੱਕ ਵੱਖਰਾ ਦਫ਼ਤਰ ਖੁੱਲ ਗਿਆ ਆ ਇੱਕ ਵੱਡੇ ਲੀਡਰ ਦਾ, ਹਾਂਜੀ। ਤੇ ਉਹ ਪਹਿਲਾਂ ਸਾਰੀਆਂ ਫਾਈਲਾਂ ਉਹ ਚੈੱਕ ਕਰਦਾ ਆ, ਉਸ ਤੋਂ ਬਾਅਦ ਉਹ ਸੀਐਮ ਆਫਿਸ ਕੋਲ ਜਾਂਦੀਆਂ ਨੇ, ਜਾਂ ਹੋਰ ਸਾਰਾ ਕੁਝ ਅਸੀਂ ਦੇਖ ਹੀ ਰਹੇ ਆ ਜਿਹੜਾ ਸਾਡੇ ਸਾਹਮਣੇ ਹੋ ਰਿਹਾ ਆ। ਇਹ ਇੱਕ ਪਾਰਟੀ ਨਹੀਂ ਰੂਹੀ ਜੀ, ਸਾਰੀਆਂ ਪਾਰਟੀਆਂ ਦੇ ਵਿੱਚ ਜਿਹੜਾ ਲੋਕਤੰਤਰ ਦਾ ਮਖੌਟਾ ਪਾਇਆ ਜਾ ਰਿਹਾ ਹੈ। ਅੰਦਰ ਅਸੀਂ ਦੇਖ ਰਹੇ ਹਾਂ, ਭਾਵੇਂ ਅਕਾਲੀ ਦਲ ਹੋਵੇ, ਭਾਵੇਂ ਕਾਂਗਰਸ ਹੋਵੇ, ਕਾਂਗਰਸ ਨੇ ਵੀ ਜੋ ਪਿਛਲੇ ਦਿਨਾਂ 'ਚ ਕੀਤਾ ਹੈਗਾ ਆ ਉਹ ਕੋਈ ਲੋਕਤੰਤਰ ਵਾਲੀ ਗੱਲ ਨਹੀਂ ਹੈਗੀ, ਤੇ ਇਹ ਹੀ ਸਾਰੇ ਪਾਸੇ ਚੱਲ ਰਿਹਾ ਆ। ਤੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਕੋਈ ਮੰਤਰੀ ਜਿਹੜਾ ਹੈਗਾ ਆ ਕੈਬਨਿਟ ਮੰਤਰੀ ਉਹ ਆਪਣੇ ਲੈਵਲ ਦੇ ਉੱਤੇ ਆਜ਼ਾਦ ਹੋ ਕੇ ਕੋਈ ਜਿਹੜਾ ਬਿਆਨ ਦੇ ਦੇਵੇ ਇਸ ਪਾਲਿਸੀ ਦੇ ਉੱਤੇ। ਜਿਹੜੇ ਵੀ ਫੈਸਲੇ ਹੋ ਰਿਹਾ ਉਹਨਾਂ ਦਾ ਇੱਕੋ ਇੱਕ ਧਰਮ ਹੈ ਕਿ ਜੋ ਦਿੱਲੀ ਤੋਂ ਉਹਨਾਂ ਦੀ ਹਾਈ ਕਮਾਂਡ ਨੇ ਕਰਤਾ ਆ, ਉਹਨੂੰ ਤੁਸੀਂ ਕਿਸ ਤਰ੍ਹਾਂ ਵਡਿਆਉਣਾ ਆ, ਉਹਦੇ ਨਾਲ ਤੁਸੀਂ ਕਿਸ ਤਰ੍ਹਾਂ ਸਹਿਮਤ ਹੋਣਾ ਹੈ, ਲੋਕਾਂ ਦੇ ਵਿੱਚ ਉਹਦੇ ਫੇਵਰ ਦੇ ਵਿੱਚ ਤੁਸੀਂ ਪ੍ਰਚਾਰ ਤੇ ਪ੍ਰਸਾਰ ਕਰਨਾ ਹੈ। ਇਹ ਮਤਲਬ ਮੈਨੂੰ ਇਹ ਲੱਗਦਾ ਨਹੀਂ ਕਿ ਪੰਜਾਬ ਦੇ ਉਜਲੇ ਭਵਿੱਖ ਲਈ ਕੋਈ ਬਹੁਤਾ ਚੰਗਾ ਸੰਦੇਸ਼ ਹੈਗਾ ਆ। ਜੀ ਖੁਸ਼ਹਾਲ ਸਿੰਘ ਜੀ, ਤੁਹਾਡੇ ਨਾਲ ਜੋ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ। ਫਿਲਹਾਲ ਇੱਕ ਅੰਤਰਾਲ ਦਾ ਵੇਲਾ ਹੋ ਰਿਹਾ, ਜਿਹਦੇ ਵਿੱਚ ਕੋ ਮਿਲਦੇ ਆ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।